कि BSF ਬਾਰਡਰ ਦੇ ਅੰਦਰ 15 ਕਿਲੋਮੀਟਰ ਤੱਕ ਉਹਦਾ ਜਿਹੜਾ ਅਧਿਕਾਰ ਖੇਤਰ ਸੀਗਾ, ਜਿੰਦੇ 'ਚ ਉਹ ਕਹਿ ਸਕਦੇ ਸੀ ਵੀ NDPS ਦਾ ਕੋਈ ਕੇਸ ਆ ਗਿਆ, ਉਹ ਸਾਰੇ ਉਹਦੇ 'ਤੇ ਜਿਹੜੀ ਕਾਰਵਾਈ ਕਰ ਸਕਦੇ ਸੀ। ਉਹ ਪਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਜੇ ਆਪਾਂ ਫਾਜ਼ਿਲਕਾ ਤੋਂ ਵੇਖੀਏ ਤਾਂ ਮੁਕਤਸਰ ਤੱਕ ਚਲਾ ਗਿਆ, ਇੱਥੋਂ ਜੈਤੋ ਤੱਕ ਜਾਂ ਹੋਰ ਪਾਸੇ ਜਿੱਥੋਂ ਜਿੱਥੋਂ ਬਾਰਡਰ ਲੱਗਦਾ ਹੈਗਾ। ਉਧਰ ਆਪਾਂ ਅੰਮ੍ਰਿਤਸਰ ਤੋਂ ਦੇਖ ਲਈਏ ਤਾਂ ਸਾਰਾ ਅੰਮ੍ਰਿਤਸਰ ਤੋਂ ਗਾਂਹ ਤੱਕ ਆ ਜਾਊਗਾ। ਇਹਦਾ ਮਤਲਬ ਆ ਕਿ ਪੰਜਾਬ ਦਾ ਕਾਫੀ ਵੱਡਾ ਹਿੱਸਾ BSF ਰਾਹੀਂ ਮੋਦੀ ਸਰਕਾਰ ਆਪਣੇ ਕੰਟਰੋਲ 'ਚ ਕਰਨ ਜਾ ਰਹੀ ਹੈਗੀ ਹੈ। CDS ਬਣਾ ਕੇ ਤਿੰਨਾਂ ਫੌਜਾਂ ਨੂੰ ਜਿਹੜੇ ਹੈਗੇ ਆ ਡਾਇਰੈਕਟਲੀ ਪ੍ਰਧਾਨ ਮੰਤਰੀ ਨੇ ਆਪਣੇ ਕੰਟਰੋਲ 'ਚ ਕੀਤਾ। ਇੱਕ ਤਰ੍ਹਾਂ ਦੇ BSF ਦੇ ਅਧਿਕਾਰ ਨਹੀਂਗੇ, ਉਹ ਮੋਦੀ ਤੇ RSS ਦੇ ਅਧਿਕਾਰ ਆ, ਜਿਹੜੇ ਪੰਜਾਬ ਤੇ ਬੰਗਾਲ ਦੇ ਵਿੱਚ 50 ਕਿਲੋਮੀਟਰ ਅੰਦਰ ਤੱਕ ਜਿਹੜੇ ਆ ਉਹ ਘੁਸ ਗਏ ਆ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਹਿੰਦੇ ਵੀ ਲਾਤਾ ਗਲਤ ਹੋਇਆ ਵੀ ਉਹਨੇ ਵੀ ਨੌਜਵਾਨਾਂ ਨਾਲ ਕੁੱਟਮਾਰ ਕੀਤੀ। KPS ਗਿੱਲ ਨੂੰ ਸੰਤ ਕੌਣ ਕਹਿੰਦਾ ਰਿਹਾ? KPS ਗਿੱਲ ਨੂੰ ਸੰਤ ਨਵਜੋਤ ਸਿੰਘ ਸਿੱਧੂ ਹੀ ਕਹਿੰਦੇ ਰਹੇ ਨਾ, ਵੀ ਉਹ ਤਾਂ ਸੰਤ ਸਮਾਨ ਸੀਗੇ। ਔਰ KPS ਗਿੱਲ ਦੀ ਪੰਜਾਬ 'ਚ ਜਿਹੜੀ ਇਮੇਜ ਹੈਗੀ ਉਹ ਸਾਰਿਆਂ ਨੂੰ ਪਤਾ ਹੀ ਆ। ਕਾਮਰੇਡਾਂ ਨੇ ਕਾਹਲੀ ਕੀਤੀ ਹੈ, ਅੱਗੇ ਲੱਗਿਆ ਛੇਤੀ ਜਾ ਕੇ ਉੱਥੇ ਜਿਹੜਾ ਸਮਝੌਤਾ ਕਰ ਲਿਆ, ਹਾਲੇ ਨਹੀਂ ਕਰਨਾ ਚਾਹੀਦਾ ਲਖੀਮਪੁਰ ਖੀਰੀ ਵਾਲਾ। ਕੀ ਕਹੂੰ? ਆਗੂਆਂ ਦੇ ਪਹੁੰਚਣ ਤੋਂ ਪਹਿਲਾਂ ਪਰਿਵਾਰ ਵੱਲੋਂ ਤੇ ਸਥਾਨਕ ਲੋਕਾਂ ਵੱਲੋਂ ਜਿਹੜੀ ਕੰਪਲੇਂਟ ਆ ਉਹ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ। BJP ਦਾ ਉਦੇਸ਼ ਸੀ ਵੀ ਇਹਨੂੰ ਹਿੰਦੂ ਸਿੱਖ ਜਿਹੜਾ ਉਹ ਬਣਾਇਆ ਜਾਵੇ। ਤਜਿੰਦਰ ਵਿਰਕ ਜਿਹੜੇ ਸਾਡੇ ਕਿਸਾਨ ਆਗੂ ਨੇ, ਸੰਯੁਕਤ ਕਿਸਾਨ ਮੋਰਚੇ ਦੇ ਵੀ ਆਗੂ ਨੇ, ਉਹਨਾਂ ਦਾ ਉਹ ਕਤਲ ਕਰਨਾ ਚਾਹੁੰਦੇ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਕਿਸਾਨਾਂ ਨੂੰ ਦਰੜਨ ਦੀ, ਤਾਂ ਉਸ ਤੋਂ ਬਾਅਦ ਇੱਕ ਸਮਝੌਤਾ ਹੋਇਆ ਜਿਸ ਦੇ ਵਿੱਚ ਸਰਕਾਰ ਤੋਂ ਇਹ ਗੱਲ ਮਨਾਈ ਗਈ ਕਿ 45 ਲੱਖ ਰੁਪਇਆ ਪਰ ਸ਼ਹੀਦ ਦੇ ਪਰਿਵਾਰ ਨੂੰ ਤੇ ਨਾਲ ਹੀ ਸਰਕਾਰੀ ਨੌਕਰੀ ਇੱਕ ਜੀ ਨੂੰ, ਤੇ ਪਰਚਾ ਦਰਜ ਕੀਤਾ ਜਾਊਗਾ ਮੰਤਰੀ ਦੇ ਪੁੱਤਰ ਤੇ ਮੰਤਰੀ ਦੇ ਖੁਦ ਮੰਤਰੀ ਤੇ। ਤਾਂ ਉਹ ਸਭ ਸਮਝੌਤਾ ਹੋਇਆ, ਪਰਚਾ ਵੀ ਦਰਜ ਹੋਇਆ, ਗ੍ਰਿਫਤਾਰੀ ਵੀ ਹੋਈ। ਪਰ ਸਵਾਲ ਉੱਠੇ ਕਿ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਸਮਝੌਤਾ ਕਰਨ 'ਚ ਬੜੀ ਜਲਦੀ ਕੀਤੀ। ਸਮਝੌਤਾ ਨਾ ਹੁੰਦਾ ਹਾਲੇ ਲਾਸ਼ਾਂ ਰੱਖ ਲੈਂਦੇ, ਸਰਕਾਰ ਨੂੰ ਹੋਰ ਵੱਧ ਝੁਕਾਇਆ ਜਾ ਸਕਦਾ ਸੀ, ਹੋਰ ਮੱਧ ਬਣਾਇਆ ਜਾ ਸਕਦਾ ਸੀ। ਕਾਹਲੀ ਕਰਦੇ ਆ। ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਕਾਮਰੇਡ ਆ ਜਿਹੜੇ ਉਹ ਕਾਬਜ਼ ਹੋ ਚੁੱਕੇ ਆ ਅੰਦੋਲਨ ਤੇ ਉਹ ਸਰਕਾਰ ਨਾਲ ਮਿਲ ਕੇ ਸਭ ਕੁਝ ਕਰ ਰਹੇ ਇਸ ਵਿਸ਼ੇ ਤੇ। ਅਤੇ ਨਾਲ ਹੀ ਜਿਹੜਾ ਇੱਕ ਨਵਾਂ ਫੈਸਲਾ ਆਇਆ ਕੇਂਦਰ ਸਰਕਾਰ ਦਾ ਕਿ BSF ਦਾ ਅਧਿਕਾਰ ਖੇਤਰ ਵਧਾ ਦਿੱਤਾ ਗਿਆ। ਉਹਨੂੰ ਪਹਿਲਾਂ 15 ਕਿਲੋਮੀਟਰ ਦੇ ਏਰੀਏ ਤੱਕ ਖੇਤਰ ਸੀ ਪੰਜਾਬ ਦੇ ਵਿੱਚ, ਹੁਣ 50 ਕਿਲੋਮੀਟਰ ਤੱਕ BSF ਗ੍ਰਿਫਤਾਰੀ ਕਰ ਸਕੇਗਾ, ਅਰੈਸਟ ਪਾ ਸਕੇਗਾ, ਨਾਲ ਹੀ ਜੇ ਕੁਝ ਮਿਲਦਾ ਤਾਂ ਸੀਜ਼ ਕਰ ਸਕੇਗਾ। ਉਹਦਾ ਅਧਿਕਾਰ ਖੇਤਰ ਵਧਾਇਆ ਗਿਆ। ਇਸ ਅਧਿਕਾਰ ਖੇਤਰ ਨੂੰ ਵਧਾਉਣ ਦੇ ਕੀ ਮਨਸ਼ੇ ਨੇ, ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਵਾਗਤ ਹੈ। ਸ਼ੁਕਰੀਆ ਜੀ। ਬਾਈ, ਪਹਿਲਾ ਸਵਾਲ, ਕਹਿੰਦੇ ਆ ਕਿ ਕਾਮਰੇਡਾਂ ਨੇ ਕਾਹਲੀ ਕੀਤੀ ਹੈ, ਅੱਗੇ ਲੱਗਿਆ ਛੇਤੀ ਜਾ ਕੇ ਉੱਥੇ ਜਿਹੜਾ ਸਮਝੌਤਾ ਕਰ ਲਿਆ, ਹਾਲੇ ਨਹੀਂ ਕਰਨਾ ਚਾਹੀਦਾ ਲਖੀਮਪੁਰ ਖੀਰੀ ਵਾਲਾ। ਕੀ ਕਹੋਗੇ? ਦੇਖੋ, ਲਖੀਮਪੁਰ ਖੀਰੀ ਦੇ ਵਿੱਚ BJP ਨੇ ਇੱਕ ਜਿਹੜਾ ਫਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਜਿਹੜਾ ਉੱਥੇ ਕਤਲੇਆਮ ਹੋਇਆ ਸਾਡੇ ਕਿਸਾਨਾਂ ਦਾ, ਸ਼ਹਾਦਤ ਹੋਈ, ਉਦੋਂ ਕੁਝ ਦਿਨ ਪਹਿਲਾਂ ਆਸ਼ੀਸ਼ ਮਿਸ਼ਰਾ ਨੇ ਇਲਾਕੇ ਦੇ ਵਿੱਚ ਇੱਕ ਬ੍ਰਾਹਮਣ ਭਾਈਚਾਰਾ ਦਾ ਜਿਹੜਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਉਹ ਕਹਿੰਦਾ ਵੀ ਸਰਦਾਰਾਂ ਨੂੰ ਜਿਹੜਾ ਸਬਕ ਆ ਉਹ ਸਿਖਾਇਆ ਜਾ ਸਕੇ। ਯਾਨੀ ਕਿ BJP ਦਾ ਉਦੇਸ਼ ਸੀ ਵੀ ਇਹਨੂੰ ਹਿੰਦੂ ਸਿੱਖ ਜਿਹੜਾ ਉਹ ਬਣਾਇਆ ਜਾਵੇ। ਉਹਦੀ ਤਕਲੀਫ ਇਹ ਸੀ ਕਿ ਉਹ BJP ਇਹ ਦਾਅਵਾ ਕਰਦੀ ਸੀ ਵੀ ਇਹ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਪੱਛਮੀ UP ਤੱਕ ਆ, ਜਦ ਕਿ ਲਖੀਮਪੁਰ ਖੀਰੀ ਜਿਹੜੇ UP ਦੇ 75 ਜ਼ਿਲ੍ਹੇ ਆ ਉਹਦਾ ਸਭ ਤੋਂ ਵੱਡਾ ਜ਼ਿਲ੍ਹਾ। ਔਰ ਇਹ ਯਾਨੀ ਕਿ ਸੈਂਟਰਲ UP ਤੋਂ ਲੱਗਾ ਕਿ ਹੁਣ ਪੂਰਬੀ UP ਵਾਲੇ ਪਾਸੇ ਜਿਹੜੀ ਮੂਵਮੈਂਟ ਆ ਉਹ ਵੱਧ ਰਹੀ ਹੈਗੀ ਆ। ਇਸ ਕਰਕੇ ਉਹਨੂੰ ਉਹ ਫਿਰਕੂ ਪੱਤਾ ਖੇਡ ਕੇ ਦਬਾਉਣਾ ਚਾਹੁੰਦੇ ਸੀ। ਔਰ ਦੂਸਰਾ, ਜਦੋਂ ਭਾਰਤ ਬੰਦ ਦਾ ਅਸਰ ਉਹਨਾਂ ਇਲਾਕਿਆਂ 'ਚ ਹੋਇਆ ਤਾਂ ਉਹਨਾਂ ਦਿਨਾਂ 'ਚ ਤਜਿੰਦਰ ਵਿਰਕ ਦੇ ਨਾਲ ਉਹਨਾਂ ਦੀ ਬਹਿਸ ਹੋਈ ਔਰ ਉਹਨਾਂ ਨੇ ਕਿਹਾ ਕਿ ਤੈਨੂੰ ਸਬਕ ਸਿਖਾਵਾਂਗੇ। ਤਜਿੰਦਰ ਵਿਰਕ ਜਿਹੜੇ ਸਾਡੇ ਕਿਸਾਨ ਆਗੂ ਨੇ, ਸੰਯੁਕਤ ਕਿਸਾਨ ਮੋਰਚੇ ਦੇ ਵੀ ਆਗੂ ਨੇ, ਉਹਨਾਂ ਦਾ ਉਹ ਕਤਲ ਕਰਨਾ ਚਾਹੁੰਦੇ ਸੀ। ਔਰ ਉਸ ਦਿਨ ਜੋ ਹੋਇਆ ਉਹ ਵੀਡੀਓ ਸਾਰਿਆਂ ਨੇ ਜਿਹੜੀ ਸੀਗੀ ਉਹ ਦੇਖੀ ਆ। ਇਸ ਕਰਕੇ ਉਹਨਾਂ ਨੇ ਬਹੁਤ ਪਲਾਨਿੰਗ ਦੇ ਤਹਿਤ ਇਹ ਸਭ ਕੁਝ ਕੀਤਾ। ਪਰ ਜਿਹੜਾ ਇਹ ਕਿਹਾ ਜਾਂਦਾ ਵੀ ਆਗੂਆਂ ਨੇ ਉੱਥੇ ਸਮਝੌਤਾ ਕਰ ਲਿਆ, ਆਗੂਆਂ ਦੇ ਪਹੁੰਚਣ ਤੋਂ ਪਹਿਲਾਂ
ਪਰਿਵਾਰ ਵੱਲੋਂ ਤੇ ਸਥਾਨਕ ਲੋਕਾਂ ਵੱਲੋਂ ਜਿਹੜੀ ਕੰਪਲੇਂਟ ਆ ਉਹ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ। ਠੀਕ ਹੈ। ਔਰ ਇਹ ਵੀ ਕਿਹਾ ਸੀਗਾ ਕਿ 20 ਲੱਖ ਰੁਪਈਆ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਜਿਹੜਾ ਦਿੱਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿੰਦੇ ਸਭ ਤੋਂ ਪਹਿਲਾਂ ਰਕੇਸ਼ ਟਕੈਤ ਪਹੁੰਚੇ, ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ ਪਹੁੰਚੇ, ਹਰਿਆਣੇ ਤੋਂ ਸੁਰੇਸ਼ ਕੌਥ ਪਹੁੰਚੇ, ਹੋਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਆਗੂ ਜਿਹੜੇ ਸੀਗੇ ਉੱਥੋਂ ਉਹ ਪਹੁੰਚ ਕੇ ਗਾਜੀਪੁਰ ਦੇ ਆਗੂਆਂ ਦੀ ਇੱਕ ਟੀਮ ਉੱਥੇ ਸੀ। ਤਾਂ ਉਸ ਗੱਲਬਾਤ ਦੇ ਵਿੱਚ ਇਹ ਹੋਇਆ ਕਿ ਜਿਹੜੀ ਕੰਪਲੇਂਟ ਆ ਉਹ ਤਾਂ ਹੁਣ ਵਾਪਸ ਹੋ ਨਹੀਂ ਸਕਦੀ ਸੀ, ਪਰ ਉਹਦੇ 'ਚ ਇਹ ਹੋਇਆ ਕਿ ਕੰਪਲੇਂਟ ਜਿਵੇਂ ਦਿੱਤੀ ਆ ਉਹਦੇ 'ਚ ਯਾਨੀ ਕਿ ਇੱਕ ਬਿੰਦੀ ਟਿੱਪੀ ਵੀ ਇੱਧਰ ਉੱਧਰ ਕੀਤਿਆਂ ਹੂਬਹੂ ਉਹਦੇ ਮੁਤਾਬਕ FIR ਜਿਹੜੀ ਕੀਤੀ ਜਾਵੇ। ਪ੍ਰਸ਼ਾਸਨ ਤੋਂ ਉਹ ਗੱਲ ਜਿਹੜੀ ਸੀ ਉਹ ਮਨਵਾਈ। ਪਰਿਵਾਰ ਨੇ ਕਿਹਾ ਵੀ ਸ਼ਹੀਦਾਂ ਨੂੰ ਜਿਹੜਾ 20 ਲੱਖ ਰੁਪਇਆ ਮਿਲੇ। SKM ਦੇ ਆਗੂਆਂ ਨੇ ਕਿਹਾ ਵੀ ਨਹੀਂ 1 ਕਰੋੜ ਰੁਪਇਆ ਜਿਹੜੀ ਹੈਗੀ ਉਹਨਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਆ। ਔਰ ਉਹ ਕਰੋੜ ਰੁਪਏ ਦੀ ਜਿਹੜੀ ਸਹਾਇਤਾ ਸੀਗੀ ਵੀ ਉਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ, ਨਾ ਕਿ ਉਹ ਇਹ ਸੀਗਾ ਕਿ ਪੈਸੇ ਲੈ ਕੇ ਤੇ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਾਉਣੀ ਗੀ। ਦੋਸ਼ੀਆਂ ਤੇ ਤਾਂ 302 ਦਾ ਪਰਚਾ ਕਰਵਾਇਆ। ਔਰ ਉਹਦੇ 'ਚ ਜਿਹੜਾ ਅਜੇ ਮਿਸ਼ਰਾ ਜਿਹੜਾ ਆਸ਼ੀਸ਼ ਮਿਸ਼ਰੇ ਦਾ ਬਾਪ ਹੈਗਾ 120B ਦਾ ਜਿਹੜਾ ਸੀਗਾ ਉਹਨੂੰ ਵੀ ਉਹਦੇ ਵਿੱਚ ਜਿਹੜਾ ਫਸਾਇਆ ਹੈਗਾ, ਉਹਨੂੰ ਵਿੱਚ ਪਾਇਆ ਉਹਦੀ ਜਿਹੜੀ ਵੀਡੀਓ ਦਾ ਹਵਾਲਾ ਦੇ ਕੇ। ਤਾਂ ਜਿਹੜਾ ਉਹ ਕਹਿੰਦੇ ਸੀਗੇ ਕਿ ਸਮਝੌਤਾ ਹੋ ਗਿਆ, ਗਲਤ ਹੋ ਗਿਆ, ਉਹਨਾਂ ਸਾਰਿਆਂ ਬੰਦਿਆਂ ਦੇ ਮੂੰਹ ਤੇ ਚਪੇੜ ਆ ਜਿੱਦਣ ਆਸ਼ੀਸ਼ ਮਿਸ਼ਰੇ ਦੀ ਗ੍ਰਿਫਤਾਰੀ ਹੋ ਗਈ। ਉਹਨਾਂ ਤੇ ਜਿਹੜੀ ਗ੍ਰਿਫਤਾਰੀ ਆ ਹੋਈ ਆ। ਔਰ ਅਗਲੀ ਗੱਲ ਕਿ ਜਿਹੜਾ ਅਜੇ ਮਿਸ਼ਰਾ ਉਹਦੇ ਅਸਤੀਫੇ ਦੇ ਵਾਸਤੇ ਜਿਹੜਾ ਅੰਦੋਲਨ ਹੈਗਾ ਉਹ ਚੱਲਣਾ 18 ਤਰੀਕ ਨੂੰ ਰੇਲ ਲੋਕੋ ਪੂਰੇ ਦੇਸ਼ ਦੇ ਵਿੱਚ ਆ। ਔਰ 26 ਤਰੀਕ ਨੂੰ ਜਿਹੜੀ ਹੈਗੀ ਆ ਉਹ ਮਾਂ ਪੰਚਾਇਤ ਆ ਲਖਨਊ ਦੇ ਵਿੱਚ, ਜਿੱਦਣ ਦਿੱਲੀ ਬਾਰਡਰ ਦੇ ਅੰਦੋਲਨ ਦੇ 11 ਮਹੀਨੇ ਜਿਹੜੇ ਪੂਰੇ ਆ ਉਹ ਹੋ ਜਾਣੇ ਆ। ਬਾਕੀ ਜਿਹੜਾ ਇਹ ਟੋਲਾ ਹੈਗਾ ਵੀ ਹਰ ਗੱਲ ਤੇ ਕਹਿਣ ਵਾਲਾ ਵੀ ਕਾਮਰੇਡਾਂ ਨੇ ਇਹ ਕਰਤਾ ਉਹ ਕਰਤਾ, ਉਹਨਾਂ ਦੇ ਕੋਲੇ ਸਵਾਏ ਮਤਲਬ ਇਸ ਤਰ੍ਹਾਂ ਦੀ ਭਕਾਈ ਮਾਰਨ ਦੇ ਹੋਰ ਕੁਝ ਰਹਿ ਨਹੀਂ ਗਿਆਗਾ, ਕਿਉਂਕਿ ਇਹ ਸਾਰਾ ਗੰਦ ਪਿਲ ਅਸੀਂ ਹੌਲੀ ਹੌਲੀ ਚੱਕ ਕੇ ਅੰਦੋਲਨ ਤੋਂ ਬਾਹਰ ਕਰਤਾ। ਇਸ ਕਰਕੇ ਸਿਰਫ ਫੇਸਬੁੱਕ ਤੇ ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਕਰਨ ਜੋਗੇ ਹੈਗੇ ਆ ਔਰ ਉਹ ਹਰ ਗੱਲ ਤੇ ਇਹੀ ਕੁਝ ਕਹਿੰਦੇ ਹੈਗੇ ਆ। ਤੇ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਰੂਟੀਨ ਦਾ ਕੰਮ ਆ ਉਹਦੇ ਮੁਤਾਬਕ ਹੀ ਕੀਤਾ। ਲਖੀਮਪੁਰ ਖੀਰੀ 'ਚ ਹੋਇਆ ਉਹ ਵੀ ਸਭ ਦੇ ਸਾਹਮਣੇ ਹੈਗਾ, ਔਰ ਜੋ ਉੱਥੇ ਸਮਝੌਤਾ ਹੋਇਆ ਉਹਦੇ ਨਤੀਜੇ ਵੀ ਜਿਹੜੇ ਸਭ ਦੇ ਸਾਹਮਣੇ ਆ, ਬਾਕੀ ਜਿਹੜੇ ਆ ਸਭ ਦੇ ਸਾਹਮਣੇ ਆ, ਉਹ ਆ ਜਾਣਗੇ। ਜਿਹੜਾ ਇਹ ਕਿਹਾ ਗਿਆ ਕਿ ਵੀ ਉੱਥੇ ਜਿਹੜੀਆਂ ਨੇ ਵੀ ਇਹਨਾਂ ਨੂੰ ਲਾਸ਼ਾਂ ਰੱਖ ਲੈਣੀਆਂ ਚਾਹੀਦੀਆਂ ਸੀ, ਲਾਸ਼ਾਂ ਰੱਖ ਕੇ ਕੀ ਕਰਨਾ ਸੀਗਾ? ਗ੍ਰਿਫਤਾਰੀ ਦੀ ਮੰਗ ਕਰਨੀ ਸੀ ਨਾ। ਗ੍ਰਿਫਤਾਰੀ ਤਾਂ ਹੁਣ ਵੀ ਆਸ਼ੀਸ਼ ਮਿਸ਼ਰੇ ਦੀ ਹੋ ਗਈ ਆ। ਔਰ ਜਿਹੜੀ ਉਹਨੂੰ ਅਹੁਦੇ ਤੋਂ ਲਾਉਣ ਦੀ ਮੰਗ ਆ ਉਹਦੇ ਤੇ ਜਿਹੜਾ ਅੰਦੋਲਨ ਚੱਲਣਾ। ਦੂਸਰੇ ਪਾਸੇ ਜਿਹੜੀ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜਾ ਉਹ ਹਿੰਦੂ ਸਿੱਖ ਬਣਾਉਣਾ ਚਾਹੁੰਦੇ ਸੀਗੇ ਪੂਰੇ ਯੂਪੀ ਦੇ ਵਿੱਚ, ਜਿਹੜੀ ਸਿੱਖ ਭਾਈਚਾਰੇ ਦੀ ਯਾਨੀ ਕਿ ਆਪਣੀ ਪੰਜਾਬੀ ਜਿਹੜੀ ਵਸੋਂ ਹੈਗੀ ਆ ਉਹ ਜਿਹੜਾ 0.3% ਆ, ਯਾਨੀ ਕਿ 0.5% ਵੀ ਯੂਪੀ ਦੀ ਆਬਾਦੀ ਨਹੀਂ ਗੀ। ਸਿਰਫ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਆ ਉਹ ਟੋਟਲ ਪਾਪੂਲੇਸ਼ਨ ਜਿਹੜੀ ਜ਼ਿਲ੍ਹੇ ਦੀ ਉਹਦਾ 3.5% ਜਿਹੜਾ ਸਾਡਾ ਉੱਥੇ ਪੰਜਾਬੀ ਭਾਈਚਾਰਾ ਜਿਹਨੇ ਉੱਥੇ ਜ਼ਮੀਨਾਂ ਜਿਹੜੀਆਂ ਨੇ ਉਹ ਆਬਾਦ ਕੀਤੀਆਂ ਨੇ, ਜਿਹੜਾ ਕਿ ਲਗਾਤਾਰ ਟੇਢੇ ਜਾਂ ਮਤਲਬ ਸਿੱਧੇ ਤਰੀਕੇ ਨਾਲ ਕਿਤੇ ਨਾ ਕਿਤੇ ਅਲੱਗ-ਅਲੱਗ ਲੋਕਾਂ ਦੇ ਜਿਹੜੇ ਨਿਸ਼ਾਨੇ ਤੇ ਹੈਗਾ ਉਹ ਰਹਿੰਦਾ। ਔਰ ਜਿਹੜੇ ਉੱਥੇ ਹਿੰਦੂ ਸਿੱਖ ਬਣਾਉਣਾ ਚਾਹੁੰਦੇ ਸੀਗੇ, ਜਿਹੜੇ ਇਹ ਕਹਿੰਦੇ ਸੀ ਲਾਸ਼ਾਂ ਰੱਖ ਲਓ, ਤਾਂ 3 ਲਾਸ਼ਾਂ ਉਹਨਾਂ ਨੇ ਵੀ ਜਿਹੜੀਆਂ ਸੀਗੀਆਂ ਉਹ ਰੱਖਣੀਆਂ ਸੀਗੀਆਂ। ਔਰ ਉਹਦਾ ਜਿਹੜਾ ਉਹਨਾਂ ਲਾਸ਼ਾਂ ਨੇ ਵੱਧ ਅਪੀਲ ਕਰਨੀ ਸੀ ਤੇ ਉੱਥੇ ਪੂਰਾ ਮਾਹੌਲ ਸੀਗਾ ਹਿੰਦੂ ਸਿੱਖ ਬਣਨ ਦਾ। ਇਸ ਕਰਕੇ ਉਹ ਸਾਰੇ ਹਿੰਦੂ ਸਿੱਖ ਦੇ ਜਿਹੜੇ ਭਾਈਚਾਰੇ ਦੇ ਵਿੱਚ ਉਹ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਸੀ, ਉਸ ਮਾਹੌਲ ਨੂੰ ਟਾਲਿਆ। ਇਸ ਕਰਕੇ ਜੋ ਕੁਝ ਉੱਥੇ ਸਮਝੌਤਾ ਹੋਇਆ ਉਹ ਬਿਲਕੁਲ ਦਰੁਸਤ ਹੋਇਆ ਤੇ ਮੌਕੇ ਮੁਤਾਬਕ ਹੋਇਆ ਔਰ ਉਹ ਸ਼ਹੀਦ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਹੋਇਆ ਹੈਗਾ। ਸਹਿਮਤੀ ਦੇ ਨਾਲ। ਇੱਕ ਹੁਣ ਸਵਾਲ ਹੈ ਇਸ ਤੋਂ ਹਟ ਕੇ, ਉਹ ਹੈ ਕਿ ਜੋ ਕੇਂਦਰ ਸਰਕਾਰ ਆ, ਲਗਾਤਾਰ ਕਿਹਾ ਜਾ ਰਿਹਾ ਕਿ ਰਾਜਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਖੋਹਣ ਤੇ ਲੱਗੀ ਹੋਈ ਹੈ। GST ਰਾਹੀਂ ਟੈਕਸ ਦਾ ਅਧਿਕਾਰ ਹੋਵੇ, ਪਾਣੀਆਂ ਦੇ ਅਧਿਕਾਰ ਹੋਣ, ਬਿਜਲੀ ਦਾ ਜਿਵੇਂ ਬਿੱਲ ਆ ਰਿਹਾ ਉਹਦੇ ਅਧਿਕਾਰ। ਹੁਣ ਇੱਕ ਆਇਆ ਕਿ BSF ਨੂੰ ਕਹਿ ਦਿੱਤਾ ਗਿਆ ਕਿ ਪਹਿਲਾਂ ਉਹਨਾਂ ਦਾ 15 ਕਿਲੋਮੀਟਰ ਏਰੀਆ ਸੀ, ਹੁਣ 50 ਕਿਲੋਮੀਟਰ ਏਰੀਆ ਕਰ ਦਿੱਤਾ ਕਿ ਇਹਦੇ ਵਿੱਚ BSF ਗ੍ਰਿਫਤਾਰੀ ਵੀ ਕਰ ਸਕਦੀ ਹੈ, ਸੀਜ਼ ਵੀ ਕਰ ਸਕਦੀ ਹੈ, ਉਹ ਜੋ ਚਾਹੇ ਉੱਥੇ ਏਰੀਆ ਦੇ ਵਿੱਚ ਉਹ ਕਰ ਸਕਦੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜੀ BJP RSS ਦੀ ਸਰਕਾਰ ਆ, ਜਿਹੜੀ ਇਹ ਕਹਿੰਦੀ ਹੈ ਕਿ ਹਿੰਦੂ ਹਿੰਦੁਸਤਾਨ, ਕਿ ਇੱਕ ਧਰਮ, ਇੱਕ ਭਾਸ਼ਾ, ਹੈ ਨਾ, ਔਰ ਉਹਦੇ ਤਹਿਤ ਹੀ ਇੱਕ ਕਾਨੂੰਨ, ਇੱਕ ਨੇਤਾ, ਇੱਕ ਟੈਕਸ, ਇੱਕ ਮੰਡੀ, ਸਭ ਕੁਝ ਇੱਕ ਕਰਨਾ ਚਾਹੁੰਦੀ ਆ ਔਰ ਤਾਕਤਾਂ ਦਾ ਜਿਹੜਾ ਕੇਂਦਰੀਕਰਨ ਕਰਨਾ ਚਾਹੁੰਦੀ ਆ। ਉਹਦੇ ਤਹਿਤ ਹੀ ਉਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਕਿ BSF ਜਿਹੜੀ ਬਾਰਡਰ ਤੋਂ ਉਹਨੂੰ 15 ਕਿਲੋਮੀਟਰ ਤੱਕ, ਬਾਰਡਰ ਦੇ ਅੰਦਰ 15 ਕਿਲੋਮੀਟਰ ਤੱਕ ਉਹਦਾ ਜਿਹੜਾ ਅਧਿਕਾਰ ਖੇਤਰ ਸੀਗਾ, ਜਿੰਦੇ 'ਚ ਉਹ ਕਹਿ ਸਕਦੇ ਸੀ ਵੀ NDPS ਦਾ ਕੋਈ ਕੇਸ ਆ ਗਿਆ ਜਾਂ ਪਾਸਪੋਰਟ ਐਕਟ ਨਾਲ ਸੰਬੰਧਿਤ ਕੋਈ ਕੰਮ ਸੀਗਾ, ਉਹ ਸਾਰੇ ਉਹਦੇ 'ਤੇ ਜਿਹੜੀ ਕਾਰਵਾਈ ਕਰ ਸਕਦੇ ਸੀ। ਉਹ ਪਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ।
ਯਾਨੀ ਕਿ ਜੇ ਪਹਿਲਾਂ ਸਾਡੇ ਪਿੰਡ ਤੱਕ ਆਉਂਦਾ ਸੀ ਤਾਂ ਇਹਦਾ ਮਤਲਬ ਇਹ ਤਾਂ ਹੁਣ ਜੈਤੋ ਤੱਕ ਚਲਾ ਗਿਆ। ਜੇ ਆਪਾਂ ਫਾਜ਼ਿਲਕਾ ਤੋਂ ਵੇਖੀਏ ਤਾਂ ਮੁਕਤਸਰ ਤੱਕ ਚਲਾ ਗਿਆ। ਫਾਜ਼ਿਲਕਾ ਮੁਕਤਸਰ ਤੱਕ, ਇੱਥੋਂ ਜੈਤੋ ਤੱਕ, ਜਾਂ ਹੋਰ ਪਾਸੇ ਜਿੱਥੋਂ ਬਾਰਡਰ ਲੱਗਦਾ ਹੈਗਾ, ਉਧਰ ਆਪਾਂ ਅੰਮ੍ਰਿਤਸਰ ਤੋਂ ਦੇਖ ਲਈਏ ਤਾਂ ਸਾਰਾ ਅੰਮ੍ਰਿਤਸਰ ਤੋਂ ਗਾਂਹ ਤੱਕ ਆ ਜਾਊਗਾ। ਇਹਦਾ ਮਤਲਬ ਆ ਕਿ ਪੰਜਾਬ ਦਾ ਕਾਫੀ ਵੱਡਾ ਹਿੱਸਾ BSF ਰਾਹੀਂ ਮੋਦੀ ਸਰਕਾਰ ਆਪਣੇ ਕੰਟਰੋਲ 'ਚ ਕਰਨ ਜਾ ਰਹੀ ਹੈਗੀ ਆ। ਕਿਉਂਕਿ ਇਸ ਗੱਲ ਨੂੰ ਸਿਰਫ ਇਹ ਨਾ ਮੰਨੀਏ ਕਿ BSF ਨੂੰ ਅਧਿਕਾਰ ਦਿੱਤਾ, ਇਹਦੀ ਆਪਾਂ ਤੰਦ ਪਿੱਛੇ ਜੋੜ ਕੇ ਦੇਖੀਏ। ਜਦੋਂ ਇਹਨਾਂ ਨੇ ਇਸ ਦੇਸ਼ ਦੇ ਵਿੱਚ ਇੱਕ ਤਬਦੀਲੀ ਕੀਤੀ, ਯਾਨੀ ਕਿ CDS ਬਣਾਇਆ, ਚੀਫ ਆਫ ਡਿਫੈਂਸ ਸਟਾਫ, ਯਾਨੀ ਕਿ ਤਿੰਨਾਂ ਫੌਜਾਂ ਦਾ ਮੁਖੀ ਪਹਿਲਾਂ ਰਾਸ਼ਟਰਪਤੀ ਹੁੰਦਾ ਸੀ। CDS ਬਣਾ ਕੇ ਤਿੰਨਾਂ ਫੌਜਾਂ ਨੂੰ ਜਿਹੜੇ ਹੈਗੇ ਆ ਡਾਇਰੈਕਟਲੀ ਪ੍ਰਧਾਨ ਮੰਤਰੀ ਨੇ ਆਪਣੇ ਕੰਟਰੋਲ 'ਚ ਕੀਤਾ। ਪਹਿਲਾਂ ਤਿੰਨਾਂ ਫੌਜਾਂ ਨੂੰ ਆਪਣੇ ਕੰਟਰੋਲ 'ਚ ਕੀਤਾ ਤੇ ਹੁਣ BSF ਦਾ ਅਧਿਕਾਰ ਖੇਤਰ ਵਧਾ ਕੇ, ਯਾਨੀ ਕਿ ਬੰਗਾਲ ਤੇ ਪੰਜਾਬ, ਜਿਹੜਾ ਜਿੱਥੇ ਸੂਬਿਆਂ 'ਚ BJP ਦੀ ਸਰਕਾਰ ਨਹੀਂ ਹੈਗੀ, ਉੱਥੇ ਵੀ BSF ਰਾਹੀਂ ਜਿਹੜੀ ਹੈਗੀ ਆ BJP ਪੰਜਾਬ ਤੇ ਬੰਗਾਲ ਦੇ ਵੱਡੇ ਹਿੱਸੇ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰਨਾ ਚਾਹੁੰਦੀ ਆ। ਬਾਕੀ 50 ਕਿਲੋਮੀਟਰ ਕਿਆ ਹੈਗਾ, ਉਹ ਕਿਸੇ ਵੀ ਚੀਜ਼ ਨੂੰ 50 ਕਿਲੋਮੀਟਰ ਦੇ ਘੇਰੇ 'ਚ ਬਾਅਦ 'ਚ ਦਿਖਾਇਆ ਜਾ ਸਕੂ, 55 ਕਿਲੋਮੀਟਰ ਦੇ 'ਚ ਹੋਵੇ, 60 'ਚ ਹੋਵੇ, 70 'ਚ ਹੋਵੇ। ਇਹ ਇੱਕ ਤਰ੍ਹਾਂ ਦੀ ਜਿਹੜਾ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਵੀ ਜਿਹੜਾ ਡਾਕਾ ਹੈਗਾ, ਜਿਹੜਾ ਇਸ ਦੇਸ਼ 'ਚ ਫੈਡਰਲਿਜ਼ਮ ਦੀ ਗੱਲ ਕੀਤੀ ਜਾਂਦੀ ਸੀਗੀ, ਉਸ ਫੈਡਰਲਿਜ਼ਮ ਦੇ ਉੱਪਰ ਪਹਿਲਾਂ ਇਹਨਾਂ ਨੇ ਖੇਤੀ ਕਾਨੂੰਨਾਂ ਰਾਹੀਂ ਹਮਲਾ ਕੀਤਾ ਤੇ ਹੁਣ BSF ਨੂੰ ਵੱਧ ਅਧਿਕਾਰ ਦੇ ਕੇ, ਇੱਕ ਤਰ੍ਹਾਂ ਦੇ BSF ਦੇ ਅਧਿਕਾਰ ਨਹੀਂਗੇ, ਉਹ ਮੋਦੀ ਤੇ RSS ਦੇ ਅਧਿਕਾਰ ਆ, ਜਿਹੜੇ ਪੰਜਾਬ ਤੇ ਬੰਗਾਲ ਦੇ ਵਿੱਚ 50 ਕਿਲੋਮੀਟਰ ਅੰਦਰ ਤੱਕ ਜਿਹੜੇ ਆ ਉਹ ਘੁਸ ਗਏ। ਔਰ ਇਹਦਾ ਅਸੀਂ ਜ਼ਬਰਦਸਤ ਤਰੀਕੇ ਨਾਲ ਵਿਰੋਧ ਕਰਦੇ ਹਾਂ ਔਰ ਇਸ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ BJP ਤੇ RSS ਅਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਆਪਣਾ ਕੰਟਰੋਲ ਆ ਉਹ ਕਰੇ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ, ਨਵੇਂ ਬਣੇ, ਉਹਨਾਂ ਦਾ ਹਾਲੇ ਤੱਕ ਬਿਆਨ ਨਹੀਂ ਆਇਆ ਇਸ ਚੀਜ਼ ਤੇ। ਹਾਲਾਂਕਿ ਅਧਿਕਾਰਾਂ ਤੇ ਤਾਂ ਸਰਕਾਰ ਦਿਆਂ ਤੇ ਪੰਜਾਬ ਤੇ ਜਿਹੜਾ ਪੂਰਾ ਹੱਲ ਹੈ, ਸਮੇਂ-ਸਮੇਂ ਤੇ ਹੱਲਾ ਬੋਲਦੇ ਪਰ ਚੁੱਪ ਰਹਿੰਦੀਆਂ ਸਰਕਾਰਾਂ, ਇਹਦਾ ਕਿਵੇਂ ਕਾਰਨ ਦੇ? ਦੇਖੋ, ਜਿਹੜੀਆਂ ਇਹ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨਾ, ਇਹ ਪਾਲਿਸੀ ਵਾਲੇ ਮਾਮਲੇ ਤੇ ਇੱਕੋ ਆ, ਲੋਕਾਂ ਨੂੰ ਦਬਾਉਣ ਵਾਲੇ ਮਾਮਲੇ ਤੇ ਇੱਕੋ ਆ। ਹੁਣ ਜਿਵੇਂ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਆ ਤਾਂ ਦਲਿਤ ਭਾਈਚਾਰੇ ਦੇ ਇੱਕ ਹਿੱਸੇ 'ਚ ਇਹ ਗਿਆ ਵੀ ਯਾਰ 70 ਸਾਲਾਂ 'ਚ ਪਹਿਲੀ ਵਾਰੀ ਆ ਕਿ ਸਾਡਾ ਜਿਹੜਾ ਬੰਦਾ ਉਹ ਮੁੱਖ ਮੰਤਰੀ ਬਣ ਗਿਆ। ਚਲੋ, ਕਿਸੇ ਵੀ ਦਲਿਤ ਭਾਈਚਾਰੇ ਦੇ ਬੰਦੇ ਦਾ ਕਿਸੇ ਵੀ ਅਹੁਦੇ ਤੇ ਜਾਣਾ, ਪਹੁੰਚਣਾ ਇੱਕ ਚੰਗਾ ਸੰਕੇਤ ਹੀ ਆ ਕਿ ਸਮਾਜ ਦੇ ਵਿੱਚ ਜਿਹੜੇ ਲੋਕਾਂ ਨੂੰ ਸਦੀਆਂ ਦਬਾਇਆ ਰੱਖਿਆ ਪਰ ਉਹ ਕਿਸੇ ਅਹੁਦੇ ਤੇ ਜਿਹੜੇ ਹੈਗੇ ਆ ਪਹੁੰਚ ਰਹੇ ਆ। ਪਰ ਇਸ ਢਾਂਚੇ ਜੋ ਕਿਸੇ ਵੀ ਅਹੁਦੇ ਤੇ ਪਹੁੰਚ ਰਹੇ ਆ, ਉਹ ਐਕਟ ਇਸ ਢਾਂਚੇ ਦੇ ਮੁਤਾਬਕ ਹੀ ਕਰਦੇ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ੍ਹ ਤੁਸੀਂ ਦੇਖ ਲਓ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਬੇਜ਼ਮੀਨੇ ਤੇ ਬੇਘਰੇ ਲੋਕਾਂ ਦੀ ਅਗਵਾਈ ਕਰਦੀ ਸੀ, ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ, ਵਾਜਬ ਮੰਗਾਂ ਨੂੰ ਲੈ ਕੇ ਉੱਥੇ ਪਹੁੰਚੀ ਆ ਤੇ ਕਿਵੇਂ ਉਹਨਾਂ ਦੇ ਸਿਰ ਜਿਹੜੇ ਮਰਿੰਡੇ ਦੇ ਵਿੱਚ ਪਾੜੇ ਗਏ, ਕਿਵੇਂ ਸੱਟਾਂ ਫੇਟਾਂ ਮਾਰੀਆਂ ਗਈਆਂ। ਤਾਂ ਉਹ ਲੋਕ ਬੜੇ ਇਸ ਗੱਲੋਂ ਪਰੇਸ਼ਾਨ ਸੀ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਤਾਂ ਯਾਰ ਆਪਣੇ ਭਾਈਚਾਰੇ ਦਾ ਸਾਡਾ ਮੁੱਖ ਮੰਤਰੀ ਮਿਲ ਗਿਆ, ਤੁਹਾਨੂੰ ਮਿਲਣ ਜਾਣਾ, ਆਪਣੀਆਂ ਮੰਗਾਂ ਰੱਖਣ ਜਾਣਾ, ਤੇ ਮੰਗਾਂ ਦੀ ਬਜਾਏ ਉੱਥੋਂ ਜਿਹੜੇ 16 ਬੰਦੇ ਆਪਦੇ ਸਿਰ ਖੁਲਵਾ ਕੇ ਆਏ, ਕਿਸੇ ਦੇ 10 ਟਾਂਕੇ ਲੱਗੇ, ਕਿਸੇ ਦੇ 12 ਟਾਂਕੇ ਲੱਗੇ ਹੈਗੇ ਆ। ਤਾਂ ਇਸ ਕਰਕੇ ਇਹ ਭਾਵੇਂ ਕਹਿਣ ਨੂੰ ਕੋਈ ਕਹਿ ਦਿੱਤਾ ਜਾਵੇ ਵੀ ਉਹਦੇ ਤੇ ਸਿੱਖ ਬਹਿ ਗਿਆ, ਉਹਦੇ ਤੇ ਦਲਿਤ ਬਹਿ ਗਿਆ, ਜਾਂ ਉਹਦੇ ਤੇ ਪੰਜਾਬੀ ਬਹਿ ਗਿਆ, ਉੱਤੇ ਫਲਾਣਾ ਬਹਿ ਗਿਆ, ਇਸ ਢਾਂਚੇ ਦੇ ਵਿੱਚ ਉਹ ਸਿਸਟਮ ਜਿਹੜੀ ਹੈ ਇਸ ਘਟੀਆ ਪ੍ਰਬੰਧ ਦੀ ਹੀ ਕਰਦੇ ਆ। ਇਸ ਕਰਕੇ ਪਾਲਿਸੀ ਵਾਲੇ ਮਾਮਲੇ ਤੇ ਤਾਂ ਸਭ ਜਿਹੜੇ ਆ ਉਹ ਇੱਕੋ ਆ। ਜਿੱਥੋਂ ਤੱਕ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਆ, ਜਦੋਂ ਕੇਂਦਰ ਦੇ ਵਿੱਚ ਇੱਕ ਸਮਾਂ ਕਾਂਗਰਸ ਦੀ ਤੂਤੀ ਬੋਲਦੀ ਸੀਗੀ ਤਾਂ ਜਿਹੜਾ ਭਾਰਤ ਦੇ ਸੰਵਿਧਾਨ ਦੇ ਮੁਤਾਬਕ 352, 356 ਤੇ 360 ਦੇ ਮੁਤਾਬਕ ਜਿਹੜੀ ਹੈਗੀ ਆ ਉਹ ਐਮਰਜੈਂਸੀ ਜਿਹੜੀ ਆ ਉਹ ਲੱਗਦੀ ਹੈਗੀ ਆ। 356 ਦੀ ਸਭ ਤੋਂ ਵੱਧ ਦੁਰਵਰਤੋਂ ਜਿਹੜੀ ਕਾਂਗਰਸ ਨੇ ਕੀਤੀ ਆ। ਕਈ ਸੂਬਿਆਂ ਦੀਆਂ ਸਰਕਾਰਾਂ ਨੂੰ ਜਿਹੜਾ ਸੀਗਾ ਇਹਨਾਂ ਨੇ ਭੰਗ ਕੀਤਾ ਔਰ ਸੈਂਟਰ ਦਾ ਜਿਹੜਾ ਸੀਗਾ ਉੱਥੇ ਉਹ ਰੂਲ ਲਾਗੂ ਕੀਤਾ। ਇਸ ਕਰਕੇ ਅੱਜ BSF 50 ਕਿਲੋਮੀਟਰ ਤੱਕ ਅੰਦਰ ਤੱਕ ਪੰਜਾਬ ਦੇ ਆਉਂਦੀ ਹੈਗੀ ਆ, 50 ਕਿਲੋਮੀਟਰ ਤੱਕ ਬੰਗਾਲ ਦੇ ਅੰਦਰ ਆਉਂਦੀ ਹੈਗੀ ਆ ਔਰ ਇਹਦੇ ਤੇ ਚੁੱਪ ਬੈਠੇ ਰਹਿੰਦੇ ਹੈਗੇ ਆ। ਜਾਂ ਕੱਲ ਨੂੰ ਜਦੋਂ ਰੌਲਾ ਵਾਜੂ ਫੇਰ ਸਿਰਫ ਇੱਕ ਜਿਹਨੂੰ ਕਹਿੰਦੇ ਇੱਕ ਰਸਮੀ ਬਿਆਨ ਦੇਣਗੇ ਤਾਂ ਇਹਦੇ ਤੋਂ ਗੱਲ ਸਾਫ਼ ਹੁੰਦੀ ਆ ਕਿ ਨਾ ਤਾਂ ਇਹ ਸੂਬਿਆਂ ਦੇ ਅਧਿਕਾਰਾਂ ਲਈ ਖੜਨ ਵਾਲੇ ਲੋਕ ਨੇ ਤੇ ਨਾ ਹੀ ਲੋਕਾਂ ਦੀਆਂ ਹੋਰ ਵਾਜਬ ਮੰਗਾਂ ਲਈ ਖੜਨ ਵਾਲੇ ਨੇ। ਇਹ ਤਾਂ ਸਿਰਫ ਰੰਗ ਦੇ ਝੰਡੇ ਹੀ ਇਹਨਾਂ ਦੇ ਅਲੱਗ-ਅਲੱਗ ਨੇ, ਨੀਤੀ ਵਾਲੇ ਮਾਮਲੇ ਤੇ ਸਾਰੇ ਕੁੱਲ ਮਿਲਾ ਕੇ ਇਹ ਇੱਕੋ ਹੀ ਨੇ। ਪੰਜਾਬ ਦੀ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ CM ਐਲਾਨਿਆ ਗਿਆ।
ਆਵਾਜ਼ਾਂ ਬੜੀਆਂ ਆਈਆਂ ਸੀ ਉਦੋਂ ਕਿ ਸੁਨੀਲ ਜਾਖੜ ਦਾ ਆਉਣਗੇ, ਸੁਖਜਿੰਦਰ ਰੰਧਾਵਾ ਆਉਣਗੇ, ਨਵਜੋਤ ਸਿੰਘ ਸਿੱਧੂ ਆਉਣਗੇ। ਹੁਣ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਸੀ, ਉੱਥੋਂ ਅਸਤੀਫਾ ਦੇ ਗਏ। ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਕਰਕੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਸੀ ਉਹੀ ਫੇਰ ਹੋ ਰਹੀਆਂ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਲਾਤਾ, ਅਸੀਂ ਤਾਂ ਬੇਅਦਬੀ ਦੀ ਜਾਂਚ ਕਰਾਉਣੀ ਸੀ, ਦੋਸ਼ੀ ਅੰਦਰ ਤੋਲਣੇ ਸੀ। ਲੱਗਦਾ ਹੈ ਵੀ ਸੰਜੀਦਾ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ, ਜਾਂ ਮਹਿਜ ਵੀ ਜਦੋਂ ਕੁਰਸੀ ਪਾਸੇ ਹੁੰਦੀ ਆ ਤਾਂ ਉਦੋਂ ਇਹ ਚੀਜ਼ਾਂ ਯਾਦ ਆਉਂਦੀਆਂ? ਦੇਖੋ, ਮਾਮਲਾ ਸਿਰਫ ਕੁਰਸੀ ਦਾ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਹਿੰਦੇ ਵੀ ਲਾਤਾ ਗਲਤ ਹੋਇਆ, ਵੀ ਉਹਨੇ ਵੀ ਨੌਜਵਾਨਾਂ ਨਾਲ ਕੁੱਟਮਾਰ ਕੀਤੀ। KPS ਗਿੱਲ ਨੂੰ ਸੰਤ ਕੌਣ ਕਹਿੰਦਾ ਰਿਹਾ? KPS ਗਿੱਲ ਨੂੰ ਸੰਤ ਨਵਜੋਤ ਸਿੰਘ ਸਿੱਧੂ ਹੀ ਕਹਿੰਦੇ ਰਹੇ ਨਾ, ਵੀ ਉਹ ਤਾਂ ਸੰਤ ਸਮਾਨ ਸੀਗੇ। ਔਰ KPS ਗਿੱਲ ਦੀ ਪੰਜਾਬ 'ਚ ਜਿਹੜੀ ਇਮੇਜ ਹੈਗੀ ਉਹ ਸਾਰਿਆਂ ਨੂੰ ਪਤਾ ਹੀ ਆ, ਹੈ ਨਾ। ਇਸ ਕਰਕੇ ਜਿਹੜਾ ਬੰਦਾ KPS ਗਿੱਲ ਨੂੰ ਸੰਤ ਕਹਿੰਦਾ ਸੀਗਾ, ਜਿੰਦੇ ਤੇ ਇਹ ਦੋਸ਼ ਸੀ ਵੀ ਉਹਦੇ ਕਾਲ ਦੇ ਵਿੱਚ ਹਜ਼ਾਰਾਂ ਪੰਜਾਬ ਦੇ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਲਈਆਂ ਗਈਆਂ, ਤੇ ਜਿੰਨੇ ਦੋਵਾਂ ਤੇ ਤਸ਼ੱਦਦ ਕੀਤਾ ਉਹ ਮਨਜ਼ੂਰ ਨਹੀਂਗਾ। ਹਜ਼ਾਰਾਂ ਦੇ ਜਿੰਦੇ ਹਜ਼ਾਰਾਂ ਲੋਕਾਂ ਦੇ ਖੂਨ ਦਾ ਜਿੰਦੇ ਤੇ ਇਲਜ਼ਾਮ ਲੱਗਦਾ। ਪੰਜਾਬ 'ਚ ਇੰਨਾ ਤਸ਼ੱਦਦ ਢਾਇਆ। ਬੇਅੰਤ ਸਿੰਘ ਮੁੱਖ ਮੰਤਰੀ ਸੀ ਔਰ ਜਦੋਂ DGP KPS ਗਿੱਲ ਸੀ, ਉਹਨੂੰ ਤਾਂ ਸੰਤ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ, ਹੈ ਨਾ। ਤੇ ਇਹਦਾ ਮਤਲਬ ਸਿਰਫ ਦੋ ਬੰਦਿਆਂ ਨੂੰ ਦਾ ਤਸ਼ੱਦਦ ਕਰਨ ਤੇ ਜਿਹੜਾ ਐਡਾ ਸਟੈਂਡ ਲੈ ਰਹੇ ਆ, ਇੱਕ ਪਾਸੇ ਇੱਕ ਨੂੰ ਸੰਤ ਕਹਿ ਰਹੇ ਆ, ਤੇ ਇਹਦਾ ਮਤਲਬ ਆ ਕਿ ਮਾਮਲਾ ਅਸੂਲੀ ਨਹੀਂ ਹੈ। ਮਾਮਲਾ ਅਸੂਲੀ ਨਹੀਂ, ਮਾਮਲਾ ਵਸੂਲੀ ਆ ਕਿ ਕੋਈ ਚੀਜ਼ ਵਸੂਲ ਕਰਨਾ ਚਾਹੁੰਦੇ, ਯਾਰ ਮੈਨੂੰ ਕੁਰਸੀ ਮਿਲੇ, ਹੈ ਨਾ। ਔਰ ਉਹ ਤੋਂ ਤੁਸੀਂ ਦੇਖ ਲਓ, ਹੁਣ ਉਹ ਵੀਡੀਓ ਵੀ ਸਭ ਦੇ ਸਾਹਮਣੇ ਆ ਗਈ ਆ। ਉਹ ਭੈਣ ਦੀ ਗੱਲ ਜਿਹੜੀ ਆਪਾਂ ਕੈਮਰੇ ਤੇ ਕੱਢ ਨਹੀਂ ਸਕਦੇਗੇ, ਉਹ ਆਪਣੀ ਪਾਰਟੀ ਨੂੰ ਕੱਢ ਰਹੇ ਹੈਗੇ ਆ। ਇਸ ਕਰਕੇ ਉਹ ਪਾਰਟੀ ਪੂਰਟੀ ਦੇ ਕਿਤੇ ਨਹੀਂ ਗਏ। ਉਹ ਕਹਿੰਦੇ ਵੀ ਜੇ ਭਗਵੰਤ ਸਿੰਘ ਸਿੱਧੂ ਦਾ ਮੁੰਡਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਬਣਦਾ ਫੇਰ ਸਕਸੈਸ ਦਿੰਦੇ। ਹੁਣ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਤੋਂ ਬਹੁਤ ਸਾਰੇ ਉਮੀਦਾਂ ਰੱਖਦੇ ਆ, ਪਰ ਅਸਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਸਿੱਧੂ ਦਾ ਮੁੰਡਾ ਜਿਹੜਾ ਉਹ ਥੋੜਾ ਫੁਕਰਾ ਤੇ ਥੋੜਾ ਮਨੋਰੋਗੀ ਲੱਗਦਾ। ਮੁੱਦਿਆਂ ਵਾਲੀ ਕੋਈ ਗੱਲ ਨਹੀਂ। ਕਿੰਨਾ ਸਮਾਂ MP ਰਹੇ ਆ ਸਰਦਾਰ ਭਗਵੰਤ ਸਿੰਘ ਸਿੱਧੂ ਦਾ ਮੁੰਡਾ, ਕਿੰਨਾ ਸਮਾਂ MP ਰਿਹਾ ਤੇ ਕੀ ਕੀਤਾ? ਕੁਝ ਵੀ ਨਹੀਂ ਕੀਤਾ। ਸਰਦਾਰ ਭਗਵੰਤ ਸਿੰਘ ਸਿੱਧੂ ਦਾ ਮੁੰਡਾ ਜਿਹੜੀ ਉਹ ਨਿੱਕਰ ਵਾਲਿਆਂ ਦੀ ਪਾਰਟੀ 'ਚ ਕਿੰਨਾ ਸਮਾਂ ਰਿਹਾ, RSS ਦੇ ਨਾਲ ਕਿੰਨਾ ਸਮਾਂ ਰਿਹਾ, ਫਿਰ ਕਾਂਗਰਸ ਦੇ ਵਿੱਚ ਆ ਗਏ, ਹੈ ਨਾ। ਫਿਰ ਕਿਤੇ ਨਾ ਕਿਤੇ ਲੱਗਦਾ ਸੀ ਵੀ ਸ਼ਾਇਦ ਗੱਲ ਬਣ ਜੇ ਆਮ ਆਦਮੀ ਪਾਰਟੀ 'ਚ ਵੀ ਚਲੇ ਜਾਣ, ਤੇ ਹਜੇ ਵੀ ਕੋਈ ਨਹੀਂ ਪਤਾ ਹੈਗਾ ਵੀ ਉਹ ਕਿੰਦੇ ਹੈਗੇ ਕਿੰਦੇ ਨਹੀਂ। ਇਸ ਕਰਕੇ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਦਾ ਤਾਂ ਕੋਈ ਯਕੀਨ ਨਹੀਂ ਹੈਗਾ ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਪਰ ਪੰਜਾਬ ਦੇ ਕਈ ਅਖੌਤੀ ਜਿਹੜੇ ਬੁੱਧੀਜੀਵੀ ਹੈਗੇ ਆ, ਉਹਦੇ ਤੋਂ ਬੜੀ ਜਿਹੜੀ ਆਸ ਰੱਖਦੇ ਆ। ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹ ਅਖੌਤੀ ਬੁੱਧੀਜੀਵੀ ਉਹ ਤੋਂ ਆਸ ਰੱਖਦੇ ਆ, ਉਹਨਾਂ ਦੀ ਮਨੋਦਿਸ਼ਾ ਵੀ ਸਰਦਾਰ ਭਗਵੰਤ ਸਿੰਘ ਸਿੱਧੂ ਦੇ ਲੜਕੇ ਵਰਗੀ ਹੋਈ ਆ। ਤਾਂ ਗੱਲਬਾਤ ਕੀਤੀ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਨਾਲ ਲਖੀਮਪੁਰ ਖੀਰੀ ਦੇ ਮੁੱਦੇ। ਤਾਂ ਉਹਨਾਂ ਕਿਹਾ ਕਿ ਉੱਥੇ ਸਥਿਤੀ ਅਜਿਹੀ ਸੀ ਕਿ ਜਿਹੜਾ ਸਮਝੌਤਾ ਉਹ ਕਾਹਲੀ ਦੇ ਵਿੱਚ ਨਹੀਂ, ਉਹ ਪੂਰੀਆਂ ਆਪਣੀਆਂ ਗੱਲਾਂ ਮਨਵਾ ਕੇ ਕੀਤਾ ਗਿਆ। ਨਾਲ ਹੀ ਉਹਨਾਂ ਇਹ ਕਿਹਾ ਕਿ ਜਿਹੜਾ BSF ਨੂੰ ਵੱਧ ਅਧਿਕਾਰ ਦਿੱਤੇ ਜਾ ਰਹੇ ਆ, BSF ਨੂੰ ਨਹੀਂ, ਇਹ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕੇਂਦਰ ਸਰਕਾਰ, ਖਾਸ ਕਰਕੇ ਭਾਜਪਾ ਸਰਕਾਰ ਆਪਣੇ ਏਜੰਡਿਆਂ ਨੂੰ ਲਾਗੂ ਕਰਨ ਦੇ ਲਈ ਜਿਹੜੇ ਦੂਜੇ ਸੂਬੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉਹਨਾਂ ਤੇ ਕਾਬਜ਼ ਹੋਣ ਜਾ ਰਹੀ ਹੈ। ਉਹਨਾਂ ਪੰਜਾਬ ਦੀ ਸਿਆਸਤ ਤੇ ਆਖਿਆ ਕਿ ਪੰਜਾਬ ਦੇ ਵਿੱਚ ਜੋ ਚੱਲ ਰਿਹਾ, ਚਾਹੇ ਨਵਜੋਤ ਸਿੰਘ ਸਿੱਧੂ ਇਹ ਕਹਿ ਦੇਣ ਕਿ ਅਸਤੀਫਾ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਲਈ ਦਿੱਤਾ, ਪਰ ਮੁੱਦਿਆਂ ਦੇ ਲਈ ਨਹੀਂ, ਸਿਰਫ ਆਪਣੀ ਕੁਰਸੀ ਤੇ ਆਪਣੀ ਲਾਲਸਾ ਲਈ ਦਿੱਤਾ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ TV।